ਵਾਹਿਗੁਰੂ 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 ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਨੇ ਕੌਣ ਕੌਣ ਗਾਉਂਦਾ ਤੁਹਾਨੂੰ, ਤੁਹਾਡਾ ਦਰ ਕਿਹੜਾ, ਘਰ ਕਿਹੜਾ? ਤੁਹਾਡੇ ਸਾਰੇ ਹੀ ਦਰ ਨੇ, ਸਾਰੇ ਹੀ ਘਰ ਨੇ। ਅਸਲ ਵਿੱਚ ਇਹ ਸਮਝਣਾ ਹੀ ਔਖਾ, ਕੇਵਲ ਸੱਚਖੰਡ ਰੂਪੀ ਘਰ ਤੇ ਦਰ ਨਹੀਂ ਤੁਹਾਡਾ। ਜੇ ਕਹੀਏ ਉਸ ਦਰ ਵਿੱਚ ਬੈਠਾ ਉਸ ਘਰ ਵਿੱਚ, ਕਿਉਂਕਿ ਤੁਸੀਂ ਤਾਂ ਸਰਬ ਵਿਆਪਕ ਹੋ। ਸਰਬ ਵਿਆਪਕ ਹੋਣ ਕਰਕੇ ਤੁਹਾਡਾ ਆ ਵੀ ਦਰ ਹੈ, ਘਰ ਹੈ, ਸਾਧ ਸੰਗਤ ਰੂਪੀ ਦਰ ਘਰ ਵੀ ਹੈ। ਤੇ ਹਰੇਕ ਹਿਰਦਾ ਤੁਹਾਡਾ ਘਰ ਹੈ ਤੇ ਹਰੇਕ ਮੁਖ ਤੁਹਾਡਾ ਦਰ ਹੈ। ਕਦੋਂ? ਜਦੋਂ ਮੁਖ ਵਿੱਚੋਂ ਵਾਹਿਗੁਰੂ ਕਹਿੰਦੇ ਆ, ਜਦੋਂ ਹਿਰਦੇ ਵਿੱਚ ਵਾਹਿਗੁਰੂ ਕਹਿੰਦੇ ਆ। ਹਰੇਕ ਦੇ ਹਿਰਦੇ ਵਿੱਚ ਬੈਠ ਕੇ ਹੀ ਤੁਸੀਂ ਹਰੇਕ ਦੀ ਸਾਂਭ ਸੰਭਾਲ ਕਰ ਰਹੇ ਹੋ ਆਪ ਹੀ। ਕਿਹੜੇ ਕਿਹੜੇ ਤੁਹਾਨੂੰ ਗਾਉਂਦੇ ਨੇ? ਗਾਵ ਹੈ ਇੰਦ ਇਦਾਸਣ ਬੈਠੇ। ਜਿਹੜਾ ਇੰਦਰ ਦੇਵਤਾ ਹੈ ਇਹ ਇੰਦਾਸਣ ਆਪਣੀ ਸਭਾ ਦੇ ਵਿੱਚ ਬੈਠ ਕੇ, ਵੈਸੇ ਤਾਂ ਇੰਦਰਾਸਣ ਚਾਨਣੀ ਨੂੰ ਕਹਿੰਦੇ ਨੇ, ਤਖਤ ਦੇ ਉੱਤੇ ਜਿਹੜੀ ਚਾਨਣੀ ਲੱਗੀ ਹੁੰਦੀ ਹੈ ਇਹਨੂੰ ਇੰਦਰਾਸਣ ਕਹਿੰਦੇ ਨੇ। ਆਪਣੇ ਤਖਤ ਦੇ ਉੱਤੇ ਬੈਠ ਕਰਕੇ ਆਪਣੇ ਦੇਵਤਿਆਂ ਦੇ ਸਮੇਤ, ਦੇਵਤਿਆਂ ਦਰ ਨਾਲੇ, ਦੇਵਤਿਆਂ ਦੇ ਨਾਲ ਤੇਰੇ ਦਰ ਦੇ ਉੱਤੇ ਖੜ ਕੇ ਇੰਦਰ ਦੇਵਤਾ ਵੀ ਤੈਨੂੰ ਗਾਉਂਦਾ, ਬਖਸ਼ ਲਓ ਬਖਸ਼ ਲਓ ਬਖਸ਼ ਲਓ, ਬੇਨਤੀਆਂ ਕਰਦਾ, ਮੇਰੇ ਤੇ ਕਿਰਪਾ ਕਰੋ, ਮੈਥੋਂ ਕੋਈ ਗਲਤੀ ਨਾ ਹੋ ਜਾਵੇ। ਦੇਵਤੇ ਵੀ ਗਾਉਂਦੇ ਨੇ, ਸਾਰੇ ਦੇਵਤੇ ਗਾਉਂਦੇ ਨੇ। ਕੋਈ ਦੇਵਤਾ ਐਸਾ ਨਹੀਂ ਜਿਹੜਾ, ਕਿਉਂ ਸ਼ਕਤੀ ਹੀ ਵਾਹਿਗੁਰੂ ਨੇ ਦੇਣੀ ਹੈ ਜਦੋਂ, ਤਾਂ ਇਸੇ ਕਰਕੇ ਦੇਵਤੇ ਉਹਦਾ ਜਾਪ ਕਰਦੇ ਨੇ। ਇੰਦ ਚੰਦਰਮਾ ਵੀ ਗਾਉਂਦਾ, ਇੰਦਰ ਦੇਵਤਾ ਵੀ ਗਾਉਂਦਾ। ਗਾਵੇ ਇੰਦ ਇੰਦਾਸਨ ਬੈਠੇ, ਬਹੁ ਗਿਣਤੀ ਹੈ। ਬੈਠੇ, ਬੈਠਾ ਨਹੀਂ ਕਿਹਾ, ਇਹ ਬੈਠਾ ਨਹੀਂ ਕਿਹਾ। ਦੇਵਤਿਆਂ ਦਰ ਨਾਲੇ ਤਾਂ ਬਾਅਦ ਚ ਕਿਹਾ। ਇਸ ਕਰਕੇ ਇੱਕ ਇੰਦਰ ਨਹੀਂ ਗਾਉਂਦਾ, ਇੰਦਰ ਕਿੰਨੇ ਹੀ ਹਨ, ਕਿੰਨੇ ਹੀ ਇੰਦਰ ਤੈਨੂੰ ਗਾਉਂਦੇ ਨੇ। ਇਹ ਕਈ ਇੰਦਰ ਹੋ ਕੇ ਚਲੇ ਜਾਂਦੇ ਨੇ। ਜਦੋਂ ਆਪਣਾ 100 ਸਾਲ ਮਨੁੱਖ ਦਾ ਬਤੀਤ ਹੁੰਦਾ, ਇੰਦਰ ਦਾ ਇੱਕ ਦਿਨ ਬਤੀਤ ਹੁੰਦਾ। ਜਿਵੇਂ ਚੰਦਰਮਾ ਤੇ ਮਹੀਨੇ ਬਾਅਦ ਰਾਤ ਆਉਂਦੀ ਤੇ ਮਹੀਨੇ ਦਾ ਦਿਨ ਰਹਿੰਦਾ, ਖਾਸ ਹੈਰਾਨਗੀ ਦੀ ਗੱਲ ਨਹੀਂ ਕੋਈ। ਇਸੇ ਤਰ੍ਹਾਂ ਹੀ ਇੰਦਰ ਲੋਕ ਤੱਕ ਜਦੋਂ ਇਹ ਸਮਾਂ ਚਲਿਆ ਜਾਂਦਾ, ਹੋਰ ਉੱਪਰ, ਤਾਂ ਆਪਣਾ 100 ਸਾਲ ਤੇ ਉਹਦਾ ਇੱਕ ਦਿਨ, ਫਿਰ ਆਪਣਾ 100 ਸਾਲ ਤੇ ਉਹਦੀ ਇੱਕ ਰਾਤ ਹੁੰਦੀ ਆ। ਇੰਨੀਆਂ ਲੰਬੀਆਂ ਉਮਰਾਂ ਜਦੋਂ ਇੱਕ ਵਿਸ਼ਨੂੰ ਜਿਹੜਾ ਹੈ ਉਹ, ਜਾਂ ਸਾਰੀ ਵਿਸ਼ਨੂੰ ਦੀ ਇੱਕ ਉਮਰ ਦੇ ਵਿੱਚ ਕਿੰਨੇ ਹੀ ਇੰਦਰ ਹੋ ਕੇ ਚਲੇ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਬਹੁਤੇ ਇੰਦਰ ਤੈਨੂੰ। ਇੰਦਰ ਇੱਕ ਜਾਣੇ ਦਾ ਨਾਂ ਨਹੀਂ, ਇੰਦਰ ਤਾਂ ਇੱਕ ਪਦਵੀ ਹੈ। ਇੰਦਰ ਦੀ ਪਦਵੀ ਲਈ ਬਹੁਤ ਲੋਕ ਯਤਨ ਕਰਦੇ ਨੇ, ਬੜੇ ਬੜੇ। ਇਸ ਕਰਕੇ ਉਸ ਪਦਵੀ ਤੇ ਬੈਠਣ ਵਾਲੇ ਇੰਦਰ ਦੇਵਤੇ ਅਤੇ ਦੇਵੀਆਂ ਸਾਰੇ ਮਿਲ ਕੇ ਤੇਰਾ ਜਸ ਕਰਦੇ ਨੇ। ਗਾਵਹਿ ਸਿੱਧ ਸਮਾਧੀ ਅੰਦਰ। ਹੇ ਸਿੱਧੋ, ਤੁਸੀਂ ਵੀ ਸਮਾਧੀ ਦੇ ਅੰਦਰ ਗਾਉਨੇ ਹੋ ਉਸ ਅਕਾਲ ਪੁਰਖ ਨੂੰ। ਤੁਹਾਡਾ ਗੋਰਖ ਗੁਰੂ ਵੀ ਗਾਉਂਦਾ, ਸਾਰੇ ਹੀ ਗਾਉਂਦੇ ਨੇ। ਮੰਗਲਨਾਥ, ਚਰਪੜਨਾਥ, ਘੁੱਗੂਨਾਥ, ਜਿੰਨੇ ਤੁਹਾਡੇ ਵੱਡੇ ਵੱਡੇ ਨੇ ਉਹ ਸਾਰੇ ਗਾਉਂਦੇ। ਸਮਾਧੀਆਂ ਲਾ ਲਾ ਕੇ ਅਕਾਲ ਪੁਰਖ ਦਾ ਜਾਪ ਕਰਦੇ ਹੋ, ਮੈਨੂੰ ਹੋਰ ਰਿੱਧੀਆਂ ਸਿੱਧੀਆਂ ਦਿਓ, ਮੈਨੂੰ ਹੋਰ ਸ਼ਕਤੀਆਂ ਦਿਓ, ਮੇਰੇ ਤੇ ਹੋਰ ਕਿਰਪਾ ਕਰੋ। ਓਮ ਓਮ ਕਰਕੇ ਉਹਦਾ ਜਾਪ ਕਰਦੇ ਹੋ। ਗਾਵਨ ਸਾਧ ਵਿਚਾਰੇ। ਜਿਹੜੇ ਸਾਧੂ ਮਹਾਤਮਾ ਨੇ ਉਹ ਤੁਹਾਨੂੰ ਵਿਚਾਰ ਦੁਆਰਾ ਗਾਉਂਦੇ ਨੇ। ਵਿਚਾਰੇ ਦਾ ਅਰਥ ਹੁੰਦਾ ਗਰੀਬ, ਗਰੀਬੀ ਦਾ ਅਰਥ ਹੈ ਨਿਮਰਤਾ। ਨਿਮਰਤਾ ਵਾਲੇ ਜਿਹੜੇ ਨੇ, ਬਹੁਤ ਨਿਮਰਤਾ, ਅਤੀ ਨਿਮਰਤਾ। ਅੱਜ ਸ਼ਾਇਦ ਸ਼ਾਮ ਦੇ ਪ੍ਰਸੰਗ 'ਚ ਨਿਮਰਤਾ ਆਵੇਗੀ, 6ਵੇਂ ਪਾਤਸ਼ਾਹ ਦੀ ਨਿਮਰਤਾ। ਕਿੰਨੀ ਨਿਮਰਤਾ ਹੋਵੇਗੀ? ਪਹਿਲਾਂ ਬਾਬਾ ਬੁੱਢਾ ਜੀ ਦੇ ਪ੍ਰਸੰਗ 'ਚ ਆਪਣੀ ਨਿਮਰਤਾ ਜਣਾਈ, ਅੱਜ ਜਿਹੜੀ ਨਿਮਰਤਾ ਦਿਖਾਉਣਗੇ ਉਸ ਤੋਂ ਵੀ ਜ਼ਿਆਦਾ ਹੋਵੇਗੀ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਪਿਆਰੇ ਜਿਹੜੇ ਨੇ ਉਹ ਗਰੀਬੀ ਨੂੰ ਧਾਰਨ ਕਰਨ ਵਾਲੇ, ਉਹ ਰੱਬ ਦੇ ਪਿਆਰੇ ਸਾਧ ਵਿਚਾਰੇ। ਵਿਚਾਰ ਦੁਆਰਾ ਵੈਰਾਗ ਵਿਵੇਕ ਖੜ ਸੰਮਤੀ ਮੋਖ ਇੱਛਾ ਦੁਆਰਾ ਗਾਉਂਦੇ ਨੇ। ਸਰਵਣ ਮੰਨਣ ਨਿਧਿਆਸਣ ਤਤੰਗ ਦਾ ਸੋਧਨ, ਤਤਵੰਗ ਦਾ ਸੋਧਨ ਕਰਨਾ। ਇਹ ਪਹਿਲਾਂ ਚੀਜ਼ਾਂ ਆ ਚੁੱਕੀਆਂ ਨੇ।
ਸ਼ੁਰੂ ਵਿੱਚ ਜਿੰਨੀ ਵਿਆਖਿਆ ਹੁੰਦੀ ਜਪਜੀ ਸਾਹਿਬ 'ਚ ਉਦੋਂ ਬਾਅਦ ਨਹੀਂ ਹੁੰਦੀ, ਫਿਰ ਘਟਦੀ ਤੁਰੀ ਜਾਂਦੀ ਹੈ, ਕਿਉਂਕਿ ਕਈ ਅੱਖਰ ਦੁਬਾਰਾ ਆਈ ਜਾਣਗੇ। ਸ਼ੁਰੂ 'ਚ ਤਾਂ ਕਾਫੀ ਚੀਜ਼ਾਂ ਆ ਗਈਆਂ, ਹੁਣ ਆਪਾਂ ਨੂੰ ਵਿਆਖਿਆ ਉਹਨਾਂ ਦੀ ਕਰਨ ਦੀ ਲੋੜ ਨਹੀਂ ਪੈਂਦੀ। ਗਾਵਨ, ਜਤੀ, ਸਤੀ, ਸੰਤੋਖੀ, ਸਤੀਆਂ ਦਾ ਨਿਰਣਾ ਆ ਚੁੱਕਿਆ ਤੇ ਜਤੀ ਰਹਿੰਦੇ ਨੇ। ਜਤੀ 6 ਨੇ, ਪਰ 6 ਮਹਾਰਾਜ ਕਹਿੰਦੇ 6 ਜਤੀ ਮਾਇਆ ਕੇ ਬੰਦਾ। ਇਹ 6 ਜਤੀ ਵੀ ਮਾਇਆ ਦੇ ਹੀ ਬੰਦੇ ਨੇ, ਇਹਨਾਂ ਤੇ ਮਾਇਆ ਦਾ ਪ੍ਰਭਾਵ ਪਿਆ ਰਹਿੰਦਾ। ਲਛਮਣ ਨੇ ਜਤ ਰੱਖਿਆ ਸਾਰਿਆਂ ਨਾਲੋਂ ਪਹਿਲਾਂ। ਸਾਰੀ ਜ਼ਿੰਦਗੀ ਸੀਤਾ ਦਾ ਮੂੰਹ ਨਹੀਂ ਦੇਖਿਆ ਉਹਨੇ, ਸਿਰਫ ਪੈਰ ਦੇਖੇ ਨੇ। ਪੈਰਾਂ ਤੋਂ ਪਛਾਣਦਾ ਸੀ ਕਿ ਸੀਤਾ ਮਾਤਾ ਹੈ ਮੇਰੀ। ਇੰਨਾ ਜਤ ਰੱਖਣਾ ਔਖਾ ਹੁੰਦਾ ਬੰਦੇ ਨੂੰ, ਪਰ ਲਛਮਣ ਨੇ ਜਤ ਰੱਖਿਆ। ਮੇਘਨਾਥ ਨੂੰ ਮਾਰਨ ਤੋਂ ਬਾਅਦ 12 ਸਾਲ ਤੱਕ ਪੂਰਨ ਜਤ ਵਿੱਚ ਰਹਿ ਕੇ ਫਿਰ ਜਨਕ ਦੀ ਛੋਟੀ ਪੁੱਤਰੀ ਨਾਲ ਸੀਤਾ ਦੀ ਛੋਟੀ ਭੈਣ ਵਾਲੇ ਦੀ ਸ਼ਾਦੀ ਹੋਈ, ਜਿਹਦੇ ਤੋਂ ਤਰਖ ਨਾਮੇ ਪੁੱਤਰ ਪੈਦਾ ਹੋਇਆ। ਇੱਕ ਹੋਰ ਪੁੱਤਰ ਪੈਦਾ ਹੋਇਆ। ਇਹ ਤਰਖ ਤੋਂ ਤ੍ਰੇਹਣ ਚੱਲੇ ਨੇ। ਆ ਸੋਢੀ, ਬੇਦੀ, ਤ੍ਰੇਹਣ ਤੇ ਭੱਲੇ, ਇਹ ਸਾਰੇ ਇਹਨਾਂ ਵੰਸ਼ਾਂ ਵਿੱਚੋਂ ਚੱਲੇ ਅੱਗੇ। ਤੇ ਇਸ ਪ੍ਰਕਾਰ ਜਿਹੜਾ ਇਹ ਜਤੀ ਹੋਇਆ, ਬਾਅਦ ਦੇ ਜਿਹੜੀ ਸ਼ਾਦੀ ਹੋਈ, ਫਿਰ ਵੀ ਆਪਣੇ ਜਤ ਸਤ ਵਿੱਚ ਕਾਇਮ ਰਿਹਾ। ਉਸ ਤੋਂ ਬਾਅਦ ਦੱਤਾਤਰੇਓ ਸ਼ਿਵ ਜੀ ਦਾ ਜਿਹੜਾ ਪੁੱਤਰ ਹੈ, ਸੋ ਇਹ ਤੇ ਯਾਦ ਕਿ ਇਹ ਜਿਹੜੇ ਨੇ ਇਹ ਵੀ ਬੜੇ ਜਤੀ ਸਤੀ ਮੰਨੇ ਨੇ। ਫਿਰ ਹਨੂਮਾਨ ਨੂੰ ਜਤੀ ਮੰਨਿਆ, ਭੈਰੋ ਨੂੰ ਜਤੀ ਮੰਨਿਆ, ਗੋਰਖ ਨੂੰ ਵੀ ਜਤੀ ਮੰਨਿਆ। ਇਹ ਸਾਰੇ ਜਿਹੜੇ ਨੇ 6 ਪ੍ਰਕਾਰ ਦੇ ਜਤੀ ਹਨ। ਇਹ ਜਤੀ ਜਿਹੜੇ ਨੇ ਇਹ ਗਾਉਂਦੇ ਤਾਂ ਤੈਨੂੰ ਹੀ ਨੇ, ਕਿਉਂਕਿ ਤੇਰੇ ਕੋਲੋਂ ਹੀ ਤਾਂ ਇਹਨਾਂ ਨੂੰ ਕਿਰਪਾ ਹੁੰਦੀ ਜਤ ਸਤ ਦੀ। ਜਤ ਵੀ ਤਾਂ ਤੁਸੀਂ ਹੀ ਬਖਸ਼ਿਸ਼ ਕਰਦੇ ਹੋ। ਇਹ ਕਿਉਂ ਗਾਉਂਦੇ ਨੇ? ਇਹ ਤਾਂ ਕਹਿੰਦੇ ਨੇ, ਹੇ ਵਾਹਿਗੁਰੂ, ਹੇ ਪਰਮੇਸ਼ਰ, ਸਾਨੂੰ ਜਤ ਬਖਸ਼ੋ, ਅਸੀਂ ਡੋਲ ਨਾ ਜਾਈਏ, ਮਿਹਰ ਕਰ ਦਿਓ। ਇਹ 6 ਜਤੀ 8 ਅੰਗਾਂ ਕਰਕੇ ਜਤੀ ਰਹਿੰਦੇ ਨੇ। ਗ੍ਰਸਤੀ ਨਹੀਂ ਇੰਨਾ ਰਹਿ ਸਕਦਾ। ਜਿਹੜੇ ਬਿਹੰਗਮ ਹੁੰਦੇ ਨੇ, ਬਿਹੰਗਮ ਕਹਿੰਦੇ ਨੇ ਪੰਛੀ ਨੂੰ। ਪੰਛੀ ਤੋਂ ਭਾਵ ਜਿਹੜੇ ਆ ਦਲਾਂ ਦੇ ਵਿੱਚ ਸਿੰਘ ਰਹਿੰਦੇ ਨੇ, ਜਿਹੜੇ ਸ਼ਾਦੀਆਂ ਨਹੀਂ ਕਰਾਉਂਦੇ ਹਨ। ਬੁੱਢਾ ਦਲ ਦੇ ਵਿੱਚ ਰਹਿਣ, ਤਰਨਾ ਦਲ ਦੇ ਵਿੱਚ ਰਹਿੰਦੇ ਨੇ, ਜਾਂ ਸੰਪਰਦਾਵਾਂ ਦੇ ਵਿੱਚ, ਉਹਨੂੰ ਬਿਹੰਗਮ ਕਹਿੰਦੇ ਨੇ। ਇਹ ਜਿਹੜੇ ਬਿਹੰਗਮ ਹੁੰਦੇ ਨੇ, ਇਹਨਾਂ ਨੂੰ 8 ਅੰਗਾਂ ਕਰਕੇ ਜਤੀ ਰਹਿਣਾ ਪੈਂਦਾ, ਪਰ ਕਲਯੁਗ ਹੈ, ਕਲਯੁਗ ਦੇ ਪ੍ਰਭਾਵ ਕਰਕੇ ਛੇਤੀ ਨਹੀਂ ਰਹਿ ਸਕਦੇ। ਇਸ ਕਰਕੇ ਇਹ ਜਿੰਨੇ ਵੀ ਜਤੀ ਨੇ ਇਹ ਤੁਹਾਨੂੰ ਗਾਉਂਦੇ ਨੇ ਅਤੇ ਵਾਹਿਗੁਰੂ ਨੂੰ ਕਹਿੰਦੇ ਨੇ, ਮਹਾਰਾਜ ਸਾਨੂੰ ਜਤ ਦੀ ਦਾਤ ਬਖਸ਼ੋ, ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖੋ। ਸ਼ਰਵਣ, ਸਿਮਰਨ, ਕੀਰਤਨ, ਚਿਤਵਨ ਬਾਤ ਇਕੰਤ। ਸ਼ਰਵਣ ਕਰਨਾ ਮਾੜੀਆਂ ਗੱਲਾਂ, ਸਿਮਰਨ ਕਰਨਾ ਭਾਵ ਮਾੜੀਆਂ ਗੱਲਾਂ ਨੂੰ ਫਿਰ ਯਾਦ ਕਰਨਾ। ਇਸੇ ਪ੍ਰਕਾਰ ਕੀਰਤਨ ਤੋਂ ਭਾਵ ਹੁੰਦਾ ਇੱਥੇ ਜਸ, ਜਸ ਕਰਨਾ ਮਾੜੀਆਂ ਗੱਲਾਂ ਦਾ, ਮਾੜੀਆਂ ਇਸਤਰੀਆਂ ਦਾ। ਚਿਤਵਨ, ਚਿਤਵਣੀਆਂ ਕਰਨੀਆਂ ਮਾੜੀਆਂ ਗੱਲਾਂ ਦੀਆਂ। ਫਿਰ ਬਾਤ ਇਕਾਂਤ, ਇਕਾਂਤ ਵਿੱਚ ਗੱਲਾਂ ਕਰਨੀਆਂ। ਇਤਿਆਦ ਕਿ ਇਹ 8 ਅੰਗ ਨੇ। ਬਹੁਤੀ ਵਿਆਖਿਆ ਦੀ ਚ ਲੋੜ ਹੀ ਨਹੀਂ ਪੈਂਦੀ, ਇਹਦਾ ਸਾਰਿਆਂ ਨੂੰ ਪਤਾ ਹੀ ਹੁੰਦਾ। 8 ਅੰਗਾਂ ਕਰਕੇ ਜਤੀ ਰਹਿਣਾ ਜਿਹੜਾ, ਉਹਦਾ ਨਾਂ ਫਿਰ ਜਤੀਆਂ ਵਿੱਚ ਆ ਜਾਂਦਾ। ਪਰ ਇੰਨਾ ਜਤ ਰੱਖਣਾ ਬਹੁਤ ਔਖਾ। ਭਾਈ ਮਰਦਾਨਾ ਕਹਿਣ ਲੱਗਿਆ, ਮਹਾਰਾਜ ਫਿਰ ਕਲਯੁਗ ਵਿੱਚ ਤਾਂ ਕੋਈ ਜਤੀ ਨਾ ਹੋਏਗਾ, ਇਹ ਤਾਂ ਬਹੁਤ ਔਖਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਿਆ, ਜਿਹੜਾ ਗ੍ਰਸਤੀ ਸਿੱਖ ਹੈ, ਜੇ ਉਹ ਆਪਣੀ ਇਸਤਰੀ ਵਿੱਚ ਜਤੀ ਰਹਿ ਜਾਏ ਸਾਰੀ ਜ਼ਿੰਦਗੀ, ਭਾਈ ਮਰਦਾਨਿਆ, ਉਹਨੂੰ ਵੀ ਜਤੀ ਗਿਣਿਆ ਜਾਂਦਾ, ਜਿਹੜਾ ਹੋਰ ਪਾਸੇ ਨਾ ਝਾਕੇ। ਫਿਰ ਇਹ ਕਥਾ ਆਉਂਦੀ ਹੈ, ਸੋ ਜਿਹੜੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਪੁਰਾਣੀ ਸਾਖੀ ਹੈ। ਫਿਰ ਮਰਦਾਨਾ ਕਹਿਣ ਲੱਗਾ, ਅੱਛਾ ਮਹਾਰਾਜ, ਫਿਰ ਤਾਂ ਮੈਂ ਵੀ ਜਤੀਆਂ ਵਿੱਚ ਆ ਗਿਆ। ਮਹਾਰਾਜ ਹੱਸ ਪਏ, ਕਹਿੰਦੇ, ਹਾਂ ਮਰਦਾਨਿਆ, ਤੂੰ ਵੀ ਜਤੀ ਹੋਈ ਹੈ। ਤੇ ਇਸ ਪ੍ਰਕਾਰ ਕਹਿੰਦੇ ਨੇ ਇਹ ਜਿਹੜੇ ਜਤੀ ਨੇ, ਗਾਵਨ ਜਤੀ, ਬਾਬਾ ਦੀਪ ਸਿੰਘ ਵਰਗੇ ਅਸਲੀ ਜਤੀ, ਭਾਈ ਮਨੀ ਸਿੰਘ ਵਰਗੇ ਜਤੀ, ਭਾਈ ਤਾਰੂ ਸਿੰਘ ਵਰਗੇ ਜਤੀ, ਭਾਈ ਮਲਿਆਗਰ ਸਿੰਘ ਵਰਗੇ ਜਤੀ ਹੋਏ ਨੇ। ਇਹ ਜਿੰਨੇ ਵੀ ਜਤੀ ਨੇ ਸਭ ਤੁਹਾਡੀ ਕਿਰਪਾ ਨਾਲ ਜਤ ਰੱਖ ਸਕਦੇ ਨੇ, ਤੇ ਤੁਹਾਡੀ ਕਿਰਪਾ ਨਾਲ ਇਹ ਜਤੀ ਸਾਰੇ ਤੁਹਾਨੂੰ ਗਾਉਂਦੇ ਨੇ। ਸਤੀ, ਸਾਰੀਆਂ ਸਤੀਆਂ ਤੁਹਾਨੂੰ ਗਾਉਂਦੀਆਂ। ਸਤੀ ਵਰਤਾ ਧਰਮ ਵਿੱਚ 7 ਪ੍ਰਤੱਗੀ ਪੁਰਸ਼ ਜਿਹੜੇ ਨੇ, ਜਿਹੜੇ ਪ੍ਰਾਣ ਜਾਏ ਪਰ ਵਚਨ ਨਾ ਜਾਏ,
ਇਹ ਜਿਹੜੇ ਸੱਤ ਪ੍ਰਤੱਗੀ ਪੁਰਖ ਨੇ, ਜਿਵੇਂ ਦਸ਼ਰਥ ਨੇ ਕਕਈ ਨੂੰ 2 ਵਰ ਕਹੇ ਸੀ, ਮੌਕਾ ਆਉਣ ਤੇ ਦੋਨੇ ਵਰ ਦੇਤੇ। ਭਰਤ ਨੂੰ ਰਾਜ ਤੇ ਰਾਮਚੰਦਰ ਨੂੰ ਬਨਵਾਸ। ਆਪ ਭਾਵੇਂ ਸਰੀਰ ਤਿਆਗੇ, ਪ੍ਰਾਣ ਜਾਏ ਪਰ ਬਚਨ ਨਾ ਜਾਏ, ਉਹਨੂੰ ਕਹਿੰਦੇ ਸਤੀ, ਸਤੀ ਪੁਰਸ਼। ਇਹ ਜੇ ਸਤੀ ਪੁਰਸ਼ ਵੀ ਤੁਹਾਨੂੰ ਹੀ ਗਾਉਂਦੇ ਨੇ। ਮਾਨ ਧਾਤਾ ਰਾਜਾ ਜਿਹੜਾ ਹੋਇਆ, ਇਹ ਕਈ ਦਲੀਪ ਰਾਜਾ, ਰਘੂ ਰਾਜਾ, ਇਹ ਬੜੇ ਤਕੜੇ ਜਤੀ ਸਤੀ ਸੰਤੋਖੀਆਂ 'ਚ ਹੋਏ ਨੇ। ਸੰਤੋਖੀ ਇਹ ਗਾਉਂਦੇ ਨੇ, ਜਿਹੜੇ ਸੰਤੋਖੀ ਨੇ, ਜਿਵੇਂ ਚੁਣਕਰੀਖੀ ਆਦਿਕ ਸੰਤੋਖੀ ਹੋਇਆ, ਉਹਨੇ ਬੜਾ ਸੰਤੋਖ ਰੱਖਿਆ। 7 ਦਿਨ ਤੱਕ ਮੀਂਹ ਪੈਂਦਾ ਰਿਹਾ, ਕਿਤੋਂ ਖਾਣ ਨੂੰ ਕੁਛ ਨਾ ਮਿਲਿਆ। 7 ਦਿਨਾਂ ਬਾਅਦ ਕੀੜੀਆਂ ਦੇ ਭੌਣ ਤੋਂ ਚੌਲਾਂ ਦੀ ਫੱਕ ਜੀ ਮਿਲੀ, ਉਹ ਇਕੱਠੀ ਕਰਕੇ, ਉਹ ਵੀ ਕੀੜੀਆਂ ਹੈ ਨਹੀਂ ਸੀ ਤਾਂ, ਉਹ ਫੱਕ ਜੀ ਚੱਕ ਕੇ ਰਗੜੀ, ਕਿਤੇ ਇੱਕ ਅੱਧਾ ਚੌਲ ਵੀ ਵਿੱਚ ਹੋਣਾ, ਸ਼ਰਦਾਈ ਜੀ ਬਣਾ ਲਈ, ਵਿੱਚ ਸ਼ੱਕਰ ਜੀ ਕਿਤੋਂ ਮਿਲ ਗਈ ਉਹ ਪਾ ਲਈ। 5 ਬਾਟੇ ਤਿਆਰ ਕਰ ਲਏ, ਇੱਕ ਆਪਣਾ, ਇੱਕ ਆਪਣੀ ਇਸਤਰੀ ਦਾ, ਇੱਕ ਆਪਣੇ ਪੁੱਤਰ ਦਾ, ਇੱਕ ਆਪਣੀ ਨੂੰਹ ਦਾ, ਤੇ ਇੱਕ ਪਰਮੇਸ਼ਰ ਦੇ ਨਾਮ ਦਾ। ਪਰਮੇਸ਼ਰ ਨੇ ਜਦੋਂ ਆ ਕੇ ਪਰਖ ਲਈ, ਪਰਮੇਸ਼ਰ ਪੰਜੇ ਹੀ ਪੀ ਗਏ। ਜਦੋਂ ਪੰਜੇ ਹੀ ਪੀ ਗਏ ਆ ਕੇ, ਤਾਂ ਉੱਥੇ ਇੱਕ ਬਾਟੇ ਦੇ 'ਚ ਇੱਕ ਨਿਉਲਾ ਸੀ। ਜਦੋਂ ਪਰਮੇਸ਼ਰ ਨੇ ਹੱਥ ਧੋਤੇ, ਉਹ ਨਿਉਲਾ ਆ ਕੇ ਬਾਟੇ 'ਚ ਲਿਟਿਆ, ਅੱਧਾ ਨਿਉਲਾ ਸੋਨੇ ਦਾ ਹੋ ਗਿਆ। ਭਾਵ ਇੰਨਾ ਪ੍ਰਤਾਪ ਅਕਾਲ ਪੁਰਖ ਨੇ ਚੁਣਕ ਨੂੰ ਰਿੱਧੀਆਂ ਸਿੱਧੀਆਂ ਨਿੱਧੀਆਂ ਸਾਰੀਆਂ ਹੀ ਦੇ ਦਿੱਤੀਆਂ, ਸਾਰੀਆਂ ਸ਼ਕਤੀਆਂ ਨਾਮਦਾਨ ਸਮੇਤ ਹੀ। ਕਹਿੰਦੇ ਤੇਰੇ ਸੰਤੋਖ ਤੋਂ ਮੈਂ ਬੜਾ ਪ੍ਰਸੰਨ ਹੋਇਆ। ਜਦ ਕੈਰਵਾਂ ਨੇ ਜੱਗ ਕੀਤਾ, ਪਾਂਡਵਾਂ ਨੇ ਮਿਲ ਕੇ, ਜਦ ਇਹ ਨਿਉਲਾ ਉੱਥੇ ਵੀ ਪਹੁੰਚਿਆ, ਜਦੋਂ ਉਹਨਾਂ ਦੇ ਜੂਠੇ ਧੋਣ ਵਿੱਚ ਜਾ ਕੇ ਲਿਟਣ ਲੱਗ ਪਿਆ, ਤਾਂ ਕੈਰਮ ਪਾਂਡਵ ਕਹਿੰਦੇ ਓਏ ਆਹ ਨਿਉਲਾ, ਇਹ ਤੂੰ ਭਾਂਡਿਆਂ 'ਚ ਲਿਟਦਾ ਫਿਰਦਾ। ਕਹਿੰਦੇ ਜਦ ਚੁਣਕ ਰਿਖੀ ਨੇ ਪਰਮੇਸ਼ਰ ਨੂੰ ਛਕਾਇਆ ਸੀ, ਉਹ ਜੂਠੇ ਬਰਤਨਾਂ ਵਿੱਚ ਮੈਂ ਘੁੰਮਿਆ ਸੀ, ਮੈਂ ਅੱਧਾ ਸੋਨੇ ਦਾ ਬਣ ਗਿਆ ਸੀ। ਅੱਜ ਮੈਂ ਤੁਹਾਡੇ ਭਾਂਡੇ ਵੀ ਦੇਖਣਾ, ਤੁਹਾਡਾ ਜੱਗ ਸੰਪੂਰਨ ਹੋਇਆ ਕਿ ਨਹੀਂ। ਕਹਿੰਦਾ ਹੋਇਆ ਨਹੀਂ। ਕਹਿੰਦੇ ਕਿਉਂ ਨਹੀਂ ਹੋਇਆ? ਕਹਿੰਦੇ ਜੇ ਹੋ ਜਾਂਦਾ ਤਾਂ ਮੈਂ ਬਾਕੀ ਜਿਹੜਾ ਅੱਧਾ ਰਹਿੰਦਾ ਸੀ ਉਹ ਵੀ ਸੋਨੇ ਦਾ ਬਣ ਜਾਂਦਾ। ਕਿਉਂ ਕਹਿ ਕੇ ਪਰਮੇਸ਼ਰ ਨੇ ਕੈਰਵਾਂ ਪਾਂਡਵਾਂ ਦਾ ਹੰਕਾਰ ਤੋੜਿਆ ਸੀ ਵੀ ਤੁਹਾਡੇ ਜੱਗ ਨਾਲੋਂ ਤਾਂ ਇੱਕ ਗਰੀਬ ਦਾ 5 ਬਾਟੇ ਪਰਮੇਸ਼ਰ ਨੂੰ ਛਕਾ ਦੇਣੇ ਵੱਡਾ ਜੱਗ ਮੰਨਿਆ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਸੰਤੋਖੀ ਪੁਰਸ਼ ਨੇ, ਉਹ ਸੰਤੋਖ ਵਾਸਤੇ ਗਾਉਂਦੇ, ਹੇ ਵਾਹਿਗੁਰੂ ਮੈਨੂੰ ਸੰਤੋਖ ਦਈ। ਸਤੀ ਕਹਿੰਦੇ ਨੇ ਹੇ ਵਾਹਿਗੁਰੂ ਮੈਨੂੰ ਸਤ ਪ੍ਰਤੱਗੀ ਬਣਾਈ। ਜਤੀ ਕਹਿੰਦੇ ਨੇ ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਮਹਾਰਾਜ ਮੈਂ ਇਹ ਪੌੜੀ ਪੜ੍ਹਦਾ, ਮੈਨੂੰ ਜਤ ਸਤ ਬਖਸ਼ਿਓ। ਇਸ ਪੌੜੀ ਪੜ੍ਹਨ ਵਾਲੇ ਨੂੰ ਜਤ ਸਤ ਮਿਲਦਾ। ਗਾਵੈ ਵੀਰ ਕਰਾਰੇ, ਜਿਹੜੇ ਵੀਰ ਨੇ 52 ਵੀਰ, ਸੋ ਇਹ ਨੰਦੀ ਭ੍ਰਿੰਗੀ ਆਦਿਕ ਲੰਗੜੀਆ, ਇਹਨਾਂ ਦੇ ਇਹੋ ਜਿਹੇ ਨਾਂ ਨੇ। ਹਨੂਮਾਨ ਵੀ ਵੀਰਾਂ ਵਿੱਚ ਆਉਂਦਾ, ਕਲੂਆ, ਇਹ 52 ਵੀਰ ਹਨ ਕੁੱਲ। ਇਹ ਕਰਾਰੇ ਨੇ, ਤਕੜੇ ਬਹੁਤ ਜ਼ਿਆਦੇ। ਬੰਦੇ ਬਹਾਦਰ ਨੇ 52 ਦੇ 52 ਹੀ ਆਪਣੇ ਵੱਸ ਵਿੱਚ ਕੀਤੇ ਹੋਏ ਸੀ ਆਪਣੀ ਸ਼ਕਤੀ ਨਾਲ। ਇਹ ਜਿਹੜਾ ਪਲੰਗ ਉਲਟਾਉਂਦਾ ਸੀ ਬੰਦਾ ਬਹਾਦਰ, ਵੀਰਾਂ ਦੇ ਰਾਹੀਂ ਉਲਟਾਉਂਦਾ ਸੀ। ਨਾਰ ਸਿੰਘ ਵੀਰ ਆਦਿਕ। ਜਦ 10ਵੇਂ ਪਾਤਸ਼ਾਹ ਜਾ ਕੇ ਉਹਦੇ ਪਲੰਗ ਤੇ ਬੈਠੇ, ਪਹਿਲਾਂ ਇੱਕ ਵੀਰ ਭੇਜਿਆ ਬੰਦੇ ਨੇ, ਦੂਜਾ ਤੀਜਾ, 52 ਦੇ 52 ਵੀਰ ਹੀ ਉਸ ਪਲੰਗ ਨੂੰ ਲਾਗੇ। ਔਰ ਇੱਕ ਵੀਰ, ਆਪਾਂ ਨੂੰ ਇੱਕ ਵੀਰ ਹੀ ਕਰੋੜਾਂ ਬੰਦਿਆਂ ਨੂੰ ਕਾਫੀ ਹੁੰਦਾ ਲੜਨ ਨੂੰ, ਇੰਨਾ ਤਕੜਾ ਹੁੰਦਾ ਇਹ। ਪਰ ਪਲੰਗ ਨਾ ਹਿਲਾ ਸਕੇ। ਮਾੜਾ ਜਿਹਾ ਪਲੰਗ ਹਿੱਲਿਆ, 10ਵੇਂ ਪਾਤਸ਼ਾਹ ਨੇ ਆਪਣੇ ਤੀਰ ਦੀ ਮੁਖੀ ਪਾਵੇ ਦੇ ਉੱਤੇ ਰੱਖ ਕੇ ਦੱਬਤਾ ਉਹਨੂੰ। ਇਹ ਲੱਕੜ ਕਿੱਧਰ ਜਾ ਰਹੀ ਤੂੰ? ਬਸ ਇੰਨਾ ਕਹਿਣ ਦੀ ਦੇਰ ਸੀ, 52 ਵੀਰਾਂ ਨੂੰ ਪਸੀਨਾ ਆ ਗਿਆ। ਉਹ ਤਰਲੋਕੀ ਨਾਥ ਦਾ ਮੰਜਾ ਨਾ ਹਿਲਾ ਸਕੇ। ਬੰਦਾ ਬਹਾਦਰ ਆ ਕੇ ਚਰਨੀ ਪੈ ਗਿਆ, ਕਹਿੰਦਾ ਤੁਹਾਨੂੰ ਹੀ ਉਡੀਕਦਾ ਸੀ ਮੈਂ। ਮਹਾਰਾਜ ਕਹਿੰਦੇ ਤੂੰ ਹਰੇਕ ਦਾ ਹੀ ਪਲੰਗ ਉਲਟਾ ਦਿੰਦਾ ਸੀ। ਕਹਿੰਦੇ ਮਹਾਰਾਜ ਆਹੀ ਤਾਂ ਉਡੀਕਦਾ ਸੀ ਵੀ ਜਿਹੜਾ ਸੱਚਾ ਪਾਤਸ਼ਾਹ ਹੋਊਗਾ ਨਾ, ਉਹਦਾ ਪਲੰਗ ਨਹੀਂ ਉਲਟਣਾ, ਬਾਕੀ ਸਭ ਪੁੱਠੇ ਹੋ ਡਿੱਗਣਗੇ। ਕਹਿੰਦੇ ਮਹਾਰਾਜ ਇਸੇ ਕਰਕੇ ਮੈਂ ਹਰੇਕ ਨੂੰ ਉਲਟਾ ਦਿੰਦਾ ਸੀ। ਉਹ ਇਹ ਜਿਹੜੇ ਵੀਰ ਕਰਾਰੇ ਨੇ, ਜਿਨ੍ਹਾਂ ਦੇ ਕਰਾਰੇ ਕਰੜੇ ਹੱਥ ਨੇ, ਜਿਨ੍ਹਾਂ ਦੇ ਕਰ ਹੱਥਾਂ ਵਿੱਚ ਆਰੇ ਪਕੜੇ ਹੋਏ ਨੇ, ਆਰਿਆਂ ਵਰਗੇ ਹਥਿਆਰ ਨੇ, ਇੱਕ ਮੁੱਕੀ ਮਾਰ ਕੇ ਝੋਟੇ ਦੀ ਧੌਣ ਤੋੜ ਦੇਣ ਵਾਲੇ ਇਹ ਜਿਹੇ ਵੀਰ ਨੇ, ਉਹ ਵੀ ਤੁਹਾਨੂੰ ਗਾਉਂਦੇ ਨੇ। ਕਾਹਦੇ ਲਈ? ਇਹ ਵਾਹਿਗੁਰੂ ਸਾਨੂੰ ਹੋਰ ਬਲ ਦਿਓ, ਹੋਰ ਬਲ ਬਖਸ਼ੋ, ਹੋਰ ਕਿਰਪਾ ਕਰੋ। ਇਉਂ ਤੁਹਾਨੂੰ ਸਾਰੇ ਹੀ ਗਾਉਂਦੇ ਨੇ। ਜੇ ਵੀਰਤਾ ਲੈਣੀ ਹੋਵੇ ਵਾਹਿਗੁਰੂ ਤੋਂ ਕਿ ਸਾਨੂੰ ਵੀ ਬਲ ਬਖਸ਼ੋ, ਅਸੀਂ ਵੀ ਯੋਧੇ ਬਣਨਾ, ਤਾਂ ਤੁਸੀਂ ਵੀ ਗਾ ਸਕਦੇ ਹੋ। ਕਹਿੰਦੇ ਜਤੀ ਸਤੀ ਸੰਤੋਖੀ ਬਣਨਾ, ਸਾਧੂ ਬਣਨਾ, ਸਿੱਧ ਬਣਨਾ, ਤਾਂ ਤੁਸੀਂ ਵੀ ਗਾਓ। ਇੰਦਰ ਦੀ ਪਦਵੀ ਲੈਣੀ ਤਾਂ ਗਾ ਲਓ, ਈਸ਼ਰ ਬਰਮਾ ਦੇਵੀ ਬਣਨਾ ਤਾਂ ਗਾ ਲਓ। ਜੋ ਮਰਜ਼ੀ ਸ਼ਕਤੀ ਪ੍ਰਾਪਤ ਕਰ ਲਓ,
ਸਾਰੀਆਂ ਹੀ ਸ਼ਕਤੀਆਂ ਇਹ ਸੋਦਰ ਦੀ ਪੌੜੀ ਵਿੱਚ ਪਈਆਂ ਨੇ। ਮਹਾਰਾਜ ਕਿ ਜਿਹੜਾ ਸੋਦਰ ਪੜ੍ਹਦਾ ਨਾ ਉਹਦੇ ਤੇ ਅਕਾਲ ਪੁਰਖ ਦੀ ਬੜੀ ਖੁਸ਼ੀ ਹੈ। ਇਸੇ ਕਰਕੇ ਸ਼ਾਮ ਨੂੰ ਆਪਾਂ ਸੋਦਰ ਤੇਰਾ ਕਿਹਾ ਸੋ ਘਰ ਕਿਹਾ, ਸਵੇਰੇ ਜਪਜੀ ਸਾਹਿਬ 'ਚ ਸੋਦਰ ਪੜ੍ਹਦੇ ਆਂ, ਸ਼ਾਮ ਨੂੰ ਉਹ ਸੋਦਰ ਪੜ੍ਹਦੇ ਆਂ। ਅਕਾਲ ਪੁਰਖ ਦੀਆਂ ਖੁਸ਼ੀਆਂ ਲੈਣ ਲਈ ਗਗਨਮੈ ਥਾਲ ਰਵਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀਏ। ਆਰਤੀ ਜਿਹੜੀ ਪੜ੍ਹਦੇ ਇਹ ਆਰਤੀ ਪਰਮੇਸ਼ਰ ਦੀ ਖੁਸ਼ੀ ਵਾਸਤੇ ਹੀ ਪੜ੍ਹਦੇ। ਰਹਿ ਰਾਸ ਦੇ ਨਾਲ ਆਰਤੀ ਜਿਹੜੀ ਹੈ ਜ਼ਰੂਰੀ ਹੈ ਪੜ੍ਹਨੀ। ਕਈ ਨਹੀਂ ਵੀ ਪੜ੍ਹਦੇ, ਵੇਸਲੇ ਪੁਣੇ ਚਲੇ ਜਾਂਦੇ ਨੇ। ਪਰ ਬਾਬਾ ਹਰਨਾਮ ਸਿੰਘ ਜੀ ਨੇ ਕਿਹਾ ਮੈਂ ਆਰਤੀ ਤੂੰ ਪੜ੍ਹਦਾ, ਮੈਂ ਨਹੀਂ ਪੜ੍ਹਦਾ। ਕਹਿੰਦੇ ਪੜ੍ਹਿਆ ਕਰ। ਕਹਿੰਦੇ ਜਦ ਮੈਂ ਗੁਰੂ ਨਾਨਕ ਸਾਹਿਬ ਵਾਲੀ ਪੜ੍ਹੀ ਸੀ ਸਾਖੀ ਗੁਰੂ ਨਾਨਕ ਦੇਵ ਜੀ ਦੀ ਬਚਪਨ ਦੇ ਵਿੱਚ, ਉਹ 'ਚ ਲਿਖਿਆ ਸੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈ ਆਰਤੀ ਕਰਿਆ ਕਰੋ। ਕਹਿੰਦੇ ਉਦੋਂ ਤੋਂ ਮੈਂ ਆਰਤੀ ਦੇ ਸ਼ਬਦ ਪੜ੍ਹਦਾ। ਇਸ ਕਰਕੇ ਰਹਿ ਰਾਸ ਦੇ ਨਾਲ ਆਰਤੀ ਪੜ੍ਹੋ, ਕਿਸੇ ਗੱਲ ਦੀ ਘਾਟ ਨਹੀਂ ਰਹਿੰਦੀ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਸ ਸਵਾਰਤਾ, ਦਾਲ ਸਿੱਧਾ ਮੰਗੋ ਘੀਓ ਹਮਰਾ ਖੁਸ਼ੀ ਕਰੇ ਨਿਜੀਓ। ਸਾਰਾ ਕੁਝ ਆਰਤੀ ਵਿੱਚ ਤਾਂ ਆ ਗਿਆ। ਬਹੁਤੀ ਤੰਗੀ ਤੁਰਸੀ ਹੈ ਤੇ ਫਿਰ ਆਰਤੀ ਨਾਲ ਪੜ੍ਹ ਲਓ। ਆਰਤੀ ਜੇ ਹੋਰ ਤੰਗੀ ਤੁਰਸੀ ਹੈ 5 ਪਾਠ ਆਰਤੀ ਦੇ ਕਰ ਲਓ, ਫਿਰ ਜ਼ਿਆਦਾ ਕਰ ਲਓ। ਇਹਦਾ ਜਿੰਨੇ ਔਖੇ ਆ ਉਹਨੇ ਜ਼ਿਆਦਾ ਪਾਠ ਕਰ ਲਓ, ਨਹੀਂ ਤਾਂ ਹੋਰ 100 ਵਾਰੀ ਪੜ੍ਹ ਲਓ ਧੰਨਾ ਗੋਪਾਲ ਤੇਰਾ ਆਰਤਾ। ਜਿੰਨਾ ਜ਼ਿਆਦਾ ਗੁੜ ਪਾਓ ਉਹਨਾਂ ਜ਼ਿਆਦਾ ਮਿੱਠਾ ਹੋ ਜਾਂਦਾ। ਇਸੇ ਪ੍ਰਕਾਰ ਜਿੰਨੀ ਜ਼ਿਆਦਾ ਬਾਣੀ ਪੜਾਂਗੇ ਉਨੀ ਹੀ ਜ਼ਿਆਦਾ ਕਿਰਪਾ ਹੋ ਜਾਣੀ। ਬਾਣੀ ਨੂੰ ਕਦੇ ਘਟਾਉਣਾ ਨਹੀਂ, ਜਿੰਨੀ ਵੀ ਪੜ੍ਹਨੀ ਬਾਣੀ ਜ਼ਿਆਦਾ ਹੀ ਪੜ੍ਹਨੀ, ਜ਼ਿਆਦਾ ਹੀ ਪੜ੍ਹਨੀ ਹੈ। ਕਦੇ ਵੀ ਬਾਣੀ ਘੱਟ ਨਹੀਂ ਪੜ੍ਹਨੀ, ਹਮੇਸ਼ਾ ਵੱਧ ਕੇ ਬਾਣੀ ਪੜ੍ਹੋ। ਅੱਜ 10 ਵਾਰੀ ਜ਼ਿਆਦਾ ਵਾਹਿਗੁਰੂ ਕਹੋ, ਕੱਲ ਨੂੰ 20 ਵਾਰੀ ਜ਼ਿਆਦਾ ਕਹੋ, ਪਰਸੋਂ ਨੂੰ 30 ਵਾਰੀ। ਇਉਂ ਕਰਦੇ ਕਰਦੇ ਆਪਣੀ ਜ਼ਿੰਦਗੀ ਨੂੰ ਵਾਹਿਗੁਰੂ ਮੰਤਰ ਦੇ ਵਿੱਚ ਹੀ ਢਾਲ ਲਓ। ਵਾਹਿਗੁਰੂ 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 ਦੀ ਪੌੜੀ ਆਪਾਂ ਸ਼ਰਵਣ ਕਰ ਰਹੇ ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ। ਕੱਲ ਆਇਆ ਸੀ ਬਚਨ ਵੀਰ ਕਰਾਰੇ, ਜਿਹੜੇ ਬੜੇ ਤਕੜੇ ਵੀਰ ਯੋਧੇ ਨੇ ਉਹ ਤੁਹਾਨੂੰ ਗਾਉਂਦੇ ਨੇ। ਅਤੇ ਹੋਰ ਕੌਣ ਕੌਣ ਗਾਉਂਦੇ ਨੇ ਮਹਾਰਾਜ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗਾਉਣ ਵਾਲਿਆਂ ਵਿੱਚ ਗਾਵਨ, ਪੰਡਿਤ, ਪੜਨ, ਰਖੀਸਰ। ਡੱਡੇ ਨੂੰ ਜਿਹੜੀ ਸਿਹਾਰੀ ਹੈ ਇਹ ਜੇ ਮੁਕਤਾ ਹੋ ਜੇ ਤਾਂ ਪੰਡਤ ਤੇ ਪੰਡਿਤ ਇਉਂ, ਕਿਉਂਕਿ ਜਿਹੜੇ ਅੱਖਰ ਲਿਖੇ ਹੋਏ ਨੇ ਉਹੀ ਬੋਲਣੇ ਚਾਹੀਦੇ। ਪੰਡਿਤ, ਗਾਵਨ, ਪੰਡਿਤ। ਪੰਡਾ ਬੁੱਧੀ ਵਾਲੇ ਨੂੰ ਪੰਡਤ ਕਹਿੰਦੇ ਨੇ। ਐਵੇਂ ਹਰੇਕ ਨੂੰ ਆਪਾਂ ਜੇ ਕਹਿਣ ਲੱਗ ਜਿਵੇਂ ਹਰੇਕ ਨੂੰ ਆਵੇ ਗਿਆਨੀ, ਆਪਣੇ 'ਚ ਵੀ ਰਿਵਾਜ ਹੈ ਹਰੇਕ ਨੂੰ ਹੀ ਗਿਆਨੀ, ਪਰ ਗਿਆਨੀ ਤਾਂ ਉਹੀ ਹੁੰਦਾ ਜਿਹੜਾ ਬ੍ਰਹਮ ਗਿਆਨੀ ਹੁੰਦਾ। ਇਸੇ ਤਰ੍ਹਾਂ ਜੇ ਆਪਾਂ ਹਰੇਕ ਨੂੰ ਕਹਿੰਦੇ ਆਓ ਪੰਡਤ ਜੀ, ਇਉਂ ਪੰਡਤ ਨਹੀਂ ਹੁੰਦਾ ਕੋਈ। ਇਹ ਨਹੀਂ ਕਿ ਪੰਡਤਾਂ ਦੇ ਘਰੇ ਜੰਮ ਕੇ ਪੰਡਤ ਬਣ ਗਿਆ ਹੈ। ਜਿਹਦੀ ਪੰਡਾ ਬੁੱਧੀ ਹੁੰਦੀ ਆ ਉਹਨੂੰ ਪੰਡਤ ਕਹਿੰਦੇ ਨੇ। ਜਿਹਦੀ ਬੁੱਧੀ ਇੱਕੋ ਵਾਰ ਗੱਲ ਸੁਣ ਕੇ ਕੈਚ ਕਰ ਲਏ ਉਹਨੂੰ ਕਹਿੰਦੇ ਪੰਡਾ ਬੁੱਧੀ। ਇੰਨੀ ਤੀਖਣ ਬੁੱਧੀ ਹੁੰਦੀ ਬੰਦੇ ਦੀ ਕਿ ਅੱਧੀ ਗੱਲ ਕਰਦੀ ਸਾਰੀ ਗੱਲ ਨੂੰ ਪਕੜ ਲੈਂਦਾ ਉਹ। ਇਹ ਦਿਮਾਗ ਕਿਸੇ ਕਿਸੇ ਦਾ ਹੁੰਦਾ, ਉਹਨੂੰ ਕਹਿੰਦੇ ਪੰਡਾ ਬੁੱਧੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਬੜੇ ਬੜੇ ਪੰਡਿਤ ਨੇ, ਸਾਰਿਆਂ ਨਾਲੋਂ ਵੱਡੇ ਪੰਡਿਤ ਬਿਆਸ ਮੁਨੀ ਨੇ। ਉਹਨਾਂ ਨਾਲੋਂ ਅੱਗੇ ਜਿਹੜੇ ਹੋਰ ਨੇ ਉਹਨਾਂ ਕੋਲ ਪੜ੍ਹੇ ਹੋਏ ਨੇ ਜੈਮਲ ਮੁਨੀ ਆਦਿਕ, ਉਹਨਾਂ ਕੋਲੋਂ ਪੜ੍ਹੇ ਨੇ ਕਪਲ ਮੁਨੀ ਆਦਿਕ। ਇਹ ਸਾਰੇ ਬੜੇ ਬੜੇ ਪੰਡਾ ਬੁੱਧੀ ਵਾਲੇ ਵਿਦਵਾਨ ਵੀ ਤੁਹਾਨੂੰ ਗਾ ਕੇ ਹੀ ਇਹ ਸ਼ਕਤੀ ਪ੍ਰਾਪਤ ਕਰ ਸਕੇ ਨੇ ਕਿ ਮੈਂ ਬਿਆਸ ਜੀ ਨੇ ਕਿੰਨੇ ਹਜ਼ਾਰ ਸਾਲ ਪਰਮੇਸ਼ਰ ਦੀ ਤਪੱਸਿਆ ਕਰਕੇ ਵਰ ਲਿਆ ਕਿ ਮੈਂ ਵੇਦਾਂ ਦੇ ਅਰਥ ਕਰਨੇ ਨੇ, ਤਾਂ ਕਿਤੇ ਉਹ ਭਗਤੀ ਨਾਲ ਉਹ ਅਰਥ ਕਰ ਸਕੇ ਨੇ। ਬ੍ਰਹਮਾ ਨੇ ਵਾਹਿਗੁਰੂ ਅਕਾਲ ਪੁਰਖ ਦੀ 10 ਲੱਖ ਵਰਾ ਭਗਤੀ ਕੀਤੀ, ਤਾਂ ਜਾ ਕੇ ਕਿਤੇ ਵੇਦ ਦੀਆਂ 4 ਰਿਚਾਂ ਮਿਲੀਆਂ ਉਹਨਾਂ ਨੂੰ। ਮਹਾਰਾਜ ਕਹਿੰਦੇ ਨੇ ਮੂਲ ਕਾਰਨ ਹਰੇਕ ਚੀਜ਼ ਦਾ ਭਗਤੀ ਹੀ ਹੈ। ਚਾਹੇ ਉਹ ਵੇਦ ਰਚੇ ਗਏ ਨੇ, ਚਾਹੇ ਉਹ ਵੇਦਾਂ ਦੇ ਟੀਕਾਕਾਰ ਹੋਏ ਨੇ, ਪਰ ਕੀਤੀ ਤਾਂ ਭਗਤੀ ਹੋਈ ਹੈ ਨਾ। ਭਗਤੀ ਤੋਂ ਬਿਨਾਂ ਕਿਸੇ ਬੰਦੇ ਨੂੰ ਕੋਈ ਸ਼ਕਤੀ ਨਹੀਂ ਮਿਲਦੀ ਹੈ। ਗਾਵਨ, ਪੰਡਿਤ, ਪੜਨ, ਰਖੀਸਰ, ਜਿਹੜੇ ਨੇ ਅੱਗੇ ਵੇਦਾਂ ਨੂੰ ਪੜਨ ਵਾਲੇ, ਯੁੱਗ ਯੁੱਗ ਵੇਦਾਂ ਨਾਲੇ, ਯੁੱਗਾਂ ਜੁਗੰਤਰਾਂ ਤੱਕ ਵੇਦਾਂ ਦੇ ਸੰਯੁਕਤ ਹੋ ਕੇ ਜਿਹੜੇ ਪੜਨ ਵਾਲੇ ਨੇ, ਵੇਦ ਬਾਣੀ ਨੂੰ ਪੜਨ ਵਾਲੇ, ਵੇਦ ਬਾਣੀ ਨੂੰ ਰਚਣ ਵਾਲੇ ਰਖੀਸਰ,
ਰਿਸ਼ੀਆਂ ਦੇ ਈਸ਼ਵਰ ਜਿਹੜੇ ਨੇ ਵੱਡੇ ਵੱਡੇ, ਰਿਸ਼ੀਆਂ ਦੇ ਵੀ ਵੱਡੇ ਨੇ, ਜਿਹੜੇ ਬੜੇ ਬੜੇ ਰਿਸ਼ੀ ਮੁਨੀ ਨੇ, ਜਿਨ੍ਹਾਂ ਨੇ ਵੇਦਾਂ ਨੂੰ ਪੜ੍ਹਿਆ, ਤਪ ਕੀਤੇ ਨੇ, ਜਿਨ੍ਹਾਂ ਨੇ ਅਸਲ ਵਿੱਚ ਰਿਸ਼ੀ ਉਹ ਹੁੰਦਾ ਜਿਹੜਾ ਜੰਗਲ ਵਿੱਚ ਹੀ ਰਹਿੰਦਾ ਹੁੰਦਾ, ਉਹ ਸ਼ਹਿਰ ਵਿੱਚ ਜਾਂ ਪਿੰਡ ਵਿੱਚ ਨਹੀਂ ਆਉਂਦਾ ਹੁੰਦਾ। ਰਿਸ਼ੀ ਤਾਂ ਨਾਮ ਪਿਆ ਕਿ ਜਿਨ੍ਹਾਂ ਨੇ, ਰਿਸ਼ੀ ਨਾਮ ਇੰਦਰੀਆਂ ਦਾ ਹੈ, ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਜਿੱਤ ਲਿਆ ਉਹਨੂੰ ਕਹਿੰਦੇ ਰਿਸ਼ੀਸ਼ਰ। ਉਹ ਆਪਣੀਆਂ ਇੰਦਰੀਆਂ ਨੂੰ ਜਿੱਤ ਕੇ ਏਡੇ ਏਡੇ ਰਿਸ਼ੀ ਬਣੇ ਨੇ, ਜੁਗਾਂ ਜੁਗੰਤਰਾਂ ਤੱਕ ਵੇਦਾਂ ਦੇ ਸੰਯੁਕਤ ਹੋ ਕੇ, ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰੈ ਜਿਉ ਬੇਤਾਲਿਆ। ਉਹ ਵੇਦ ਵੀ ਨਾਮ ਨੂੰ ਹੀ ਕਹਿੰਦੇ ਨੇ, ਵੇਦ ਵੀ ਨਾਮ ਦਾ ਹੀ ਜਾਪ ਕਰਦੇ ਨੇ। ਤਾਂ ਸਤਿਗੁਰੂ ਕਹਿੰਦੇ ਸਿੱਧੋ ਨਾਮ ਦੀ ਬਹੁਲਤਾ ਹੈ। ਗਾਵਹਿ ਮੋਹਣੀਆਂ ਮਨਮੋਹਨ, ਮਨ ਨੂੰ ਮੋਹਣ ਵਾਲੀਆਂ ਮੋਹਣੀਆਂ ਮਨਮੋਹਨ ਪਰਮੇਸ਼ਰ ਨੂੰ ਗਾਉਂਦੀਆਂ ਨੇ। ਕਿਹੜੀਆਂ ਕਿਹੜੀਆਂ ਮੋਹਣੀਆਂ ਮਹਾਰਾਜ? ਸੁਰਗਾ ਮੱਛ ਪਏ ਆਲੇ, ਸਵਰਗਾਂ ਦੀਆਂ ਮੋਹਣੀਆਂ, ਕਰਤਾਚੀ ਵਰਗੀਆਂ ਸੱਚੀ ਜਿਹੜੀਆਂ ਨੇ, ਇਹ ਇੰਦਰ ਦੀਆਂ ਰਾਣੀਆਂ ਇਤਿਆਦਿਕ ਸਵਰਗਾਂ ਦੀਆਂ ਮੋਹਣੀਆਂ ਬੜੀਆਂ ਨੇ, ਕੋਈ ਗਿਣਤੀ ਨਹੀਂ ਇਹਨਾਂ ਦੀ। ਫਿਰ ਪਿਆਲੇ ਜਿਹੜੀਆਂ ਪਤਾਲ ਦੀਆਂ ਨਾਗ ਰਾਣੀਆਂ ਨੇ, ਇਹ ਵੀ ਤੈਨੂੰ ਹੀ ਗਾਉਂਦੀਆਂ ਨੇ। ਇਹਨੂੰ ਵੀ ਤੁਸੀਂ ਹੀ ਦਿੱਤਾ ਸਾਰਾ ਰੂਪ ਸਰੂਪ ਸ਼ਕਤੀਆਂ, ਰਿੱਧੀਆਂ ਸਿੱਧੀਆਂ ਮੋਹਣ ਸ਼ਕਤੀ ਜਿਹੜੀ ਦਿੱਤੀ ਹੈ ਵੀ ਤੁਸੀਂ ਦਿੱਤੀ। ਮੱਛ, ਮੱਛ ਆਪਾਂ ਬਾਅਦ ਚ ਤਾਂ ਕਿਹਾ, ਸੁਰਗਾ ਅਤੇ ਪਿਆਲੇ, ਸਵਰਗ ਤੇ ਪਤਾਲ। ਮੱਛ ਸੰਕੇਤੀ ਅਰਥ ਹੈ ਧਰਤੀ ਦਾ, ਕਿਉਂਕਿ ਸਮੁੰਦਰ ਜਿਹੜਾ ਹੈ ਇਹਦੇ ਮੱਛ ਵਿਚਕਾਰ ਰਹਿੰਦਾ ਹੈ। ਮੱਛ ਕਦੇ ਕਿਨਾਰਿਆਂ ਵੱਲ ਘੱਟ ਹੀ ਆਉਂਦੇ ਨੇ, ਜਿਹੜੇ ਮੱਛ ਕਈ ਕਈ ਮੀਲ ਲੰਬੇ ਨੇ ਉਹ ਸਮੁੰਦਰ ਤੋਂ ਬਾਹਰ ਨਹੀਂ ਆਉਂਦੇ, ਵਿਚਕਾਰ ਰਹਿਣ ਕਰਕੇ ਮੱਛ ਦਾ ਅਰਥ ਹੈ ਵਿਚਕਾਰ। ਸੋ ਇਸ ਕਰਕੇ ਮੱਛ ਤੋਂ ਭਾਵ ਹੈ ਮਾਤ ਲੋਕ ਧਰਤੀ। ਧਰਤੀ ਦੀਆਂ ਮੋਹਣੀਆਂ ਵੀ ਤੁਹਾਨੂੰ ਗਾਉਂਦੀਆਂ ਨੇ। ਪਦਮਣੀ ਜਿਹੜੀ ਹੈ, ਪਦਮਣੀ ਜਾਤੀ ਸਾਰਿਆਂ ਨਾਲੋਂ ਸ੍ਰੇਸ਼ਟ ਇਸਤਰੀਆਂ ਵਿੱਚ ਚਿੱਤਰਨੀ, ਗੁਪਤਨੀ, ਹਸਤਨੀ, ਇਹ ਵੀ ਚਾਰੇ ਤੈਨੂੰ ਹੀ ਗਾਉਂਦੀਆਂ ਨੇ। ਇਹ ਧਰਤੀ ਦੀਆਂ ਮੋਹਣੀਆਂ ਨੇ। ਉਹ ਸਵਰਗਾਂ ਦੀਆਂ ਮੋਹਣੀਆਂ ਨੇ ਜਿਹੜੀਆਂ ਸ਼ਾਮ ਕੌਰ ਆਦਿਕ ਜਿਨ੍ਹਾਂ ਦੇ ਨਾਮ ਨੇ, ਇਹਨਾਂ ਦੇ ਕਈ ਨਾਮ ਨੇ, ਕਈ ਪ੍ਰਕਾਰ ਦੀਆਂ ਨੇ। ਸਾਰਿਆਂ ਨਾਲੋਂ ਇਹਨਾਂ ਤੋਂ ਵੱਡੀ ਸ਼ਾਮ ਕੌਰ। ਅਤੇ ਜਿਹੜੀਆਂ ਥੱਲੇ ਵਾਲੀਆਂ ਨੇ ਪਿਆਲੇ ਨਾਗ ਰਾਣੀਆਂ, ਇਹ ਵੀ ਤੁਹਾਨੂੰ ਹੀ ਗਾਉਂਦੀਆਂ ਹਨ। ਇਸ ਕਰਕੇ ਗਾਉਂਦੀਆਂ ਨੇ ਕਿ ਸਾਡਾ ਸਵਰਗ ਬਣਿਆ ਰਹੇ। ਉਹ ਕਹਿੰਦੇ ਅਸੀਂ ਮਾਤ ਲੋਕ ਵਿੱਚ ਠੀਕ ਰਹੀਏ, ਉਹ ਕਹਿੰਦੇ ਅਸੀਂ ਪਤਾਲ ਵਿੱਚ ਠੀਕ ਰਹੀਏ, ਸਾਡੇ ਰਾਜ ਬਣੇ ਰਹਿਣ। ਇਸ ਪ੍ਰਕਾਰ ਉਹ ਸਾਰੇ ਤੇਰੀ ਉਸਤਤ ਨੂੰ ਹੀ ਗਾਉਂਦੇ ਨੇ। ਗਾਵਨ ਰਤਨ ਉਪਾਏ ਤੇਰੇ, ਹੇ ਵਾਹਿਗੁਰੂ ਤੇਰੇ ਜਿਹੜੇ ਰਤਨ ਨੇ ਨਾ, ਤੁਹਾਡੇ ਤੇਰੇ ਸਨਮੁਖ ਹੋ ਕੇ ਕਹਿੰਦੇ ਨੇ ਵਾਹਿਗੁਰੂ ਦੇ, ਹੇ ਵਾਹਿਗੁਰੂ ਤੇਰੇ, ਤੇਰੇ ਜਿਹੜੇ ਰਚੇ ਹੋਏ ਬਣਾਏ ਹੋਏ ਰਤਨ ਨੇ ਉਹ ਵੀ ਤੈਨੂੰ ਗਾਉਂਦੇ ਨੇ। ਸ਼੍ਰੀ ਮਨ ਰੰਭਾ ਬਾਰਨੀ ਧਨਖ ਧਨੰਤਰ ਬਾਜ, ਬਿਖ ਧੇਨ ਸਸ ਕਲਪ ਤਰ ਸੰਖ ਅਮੀ ਗਜਰਾਜ। ਇਹ 14 ਰਤਨ ਨੇ ਕੁੱਲ। ਸ਼੍ਰੀ ਲక్ష్ਮੀ ਹੈ, ਮਣ ਕੌਸਤਕ ਮਣੀ ਹੈ, ਰੰਭਾ ਅਪਛਰਾ ਹੈ। ਜਦ ਦੇਵਤਿਆਂ ਨੇ ਸਮੁੰਦਰ ਰਿੜਕਿਆ ਉਹਦੇ ਵਿੱਚੋਂ 14 ਰਤਨ ਜਿਹੜੇ ਨਿਕਲੇ ਨੇ। ਫਿਰ ਸ਼੍ਰੀ ਮਣ ਰੰਭਾ ਅਪਛਰਾ ਬਾਰਨੀ ਸ਼ਰਾਬ। ਇਸੇ ਪ੍ਰਕਾਰ ਸ਼੍ਰੀ ਮਣ ਰੰਭਾ ਬਾਰਨੀ ਧਨਖ, ਇਹ ਜਿਹੜਾ ਧਨਖ ਸਾਰੰਗਨਾਮੇ ਧਨਖ ਵਿਸ਼ਨੂੰ ਦੇ ਹੱਥ ਵਿੱਚ ਹੈ। ਇਸੇ ਕਰਕੇ ਸਾਰੰਗ ਪਾਨੀ ਅੱਖਰ ਆਉਂਦਾ ਗੁਰਬਾਣੀ 'ਚ, ਜਿਨ੍ਹਾਂ ਦੇ ਹੱਥ ਵਿੱਚ ਸਾਰੰਗਨਾਮੇ ਧਨਖ ਪਕੜਿਆ ਹੋਇਆ। ਧਨੰਤਰ ਵੈਦ, ਉੱਚ ਸਰਵਾ ਘੋੜਾ ਬਾਜ। ਇਸ ਪ੍ਰਕਾਰ ਇਹ ਜਿਹੜੇ 14 ਰਤਨ ਨੇ। ਬਿਖ ਜਿਹੜੀ ਜ਼ਹਿਰ ਹੈ, ਕਾਮਧੇਨ ਗਊ ਹੈ, ਚੰਦਰਮਾ ਸੰਖ ਹੈ, ਅੰਮ੍ਰਿਤ ਹੈ, ਗਜਰਾਜ ਹਾਥੀ ਹੈ, ਕਲਪਤਰ ਬ੍ਰਿਛ ਹੈ। ਇਹ 14 ਰਤਨ ਵੀ ਤੈਨੂੰ ਹੀ ਗਾਉਂਦੇ ਨੇ। ਮਤਲਬ ਤਾਂ ਕਹਿਣ ਦਾ ਹੈ ਕਿ ਸਾਰਿਆਂ ਦਾ ਮੁੱਢ ਕੌਣ ਹੈ? ਸਤਿਗੁਰੂ ਦਾ ਸੋਦਰ ਉਚਾਰਨ ਦਾ ਸਿੱਧਾ ਕੋਲ ਮਤਲਬ, ਜਾਂ ਅਕਾਲ ਪੁਰਖ ਕੋਲੇ, ਜਾਂ ਆਪਾਂ ਨੂੰ ਸੋਦਰ ਦੱਸਣ ਦਾ ਮਤਲਬ ਇਹ ਆ ਵੀ ਜੇ ਤੁਸੀਂ ਕਹੋ ਮੈਂ ਸਵਰਗਾਂ ਨੂੰ ਜਾਣਾ, ਜੇ ਮੈਂ ਪਤਾਲ ਵਿੱਚ ਜਾਣਾ, ਜਾਂ ਫਲਾਣੇ ਕੰਮ ਕਰਨੇ, ਕੋਈ ਚੀਜ਼ ਦਾ ਜਿਹੜਾ ਮੂਲ ਹੈ, ਜਬ ਦੇਖੋ ਤਬ ਸਭ ਕਿਛ ਮੂਲ, ਸੋ ਸੂਖਮ ਸੋਈ ਅਸਥੂਲ। ਹਰੇਕ ਚੀਜ਼ ਦਾ ਮੂਲ ਜਿਹੜਾ ਹੈ ਨਾ, ਸਤਿਗੁਰੂ ਮਹਾਰਾਜ ਕਹਿੰਦੇ ਹਰੇਕ ਚੀਜ਼ ਦਾ ਜਨਮ ਜਿਹੜਾ ਹੈ, ਕੋਈ ਵੀ ਚੀਜ਼ ਹੈ, ਜਿਵੇਂ ਆਪਣੀ ਲਾਲਸਾ ਹੈ, ਮੇਰੇ ਕੋਲ ਬਹੁਤਾ ਪੈਸਾ ਸੋਨਾ ਹੋਵੇ, ਕੋਈ ਕਹਿੰਦਾ ਮੇਰੇ ਕੋਲ ਰਿੱਧੀਆਂ ਸਿੱਧੀਆਂ ਹੋਣ, ਕੋਈ ਕਹਿੰਦਾ ਮੈਨੂੰ ਫਲਾਣੇ ਦੇਵਤੇ ਦੇ ਦਰਸ਼ਨ ਹੋਣ, ਕੋਈ ਕਹਿੰਦਾ ਮੈਨੂੰ ਫਲਾਨੀ ਚੀਜ਼ ਮਿਲੇ,
ਸਤਿਗੁਰੂ ਦੇ ਕਹਿਣ ਦਾ ਮਤਲਬ ਹੈ ਕਿ ਹਰੇਕ ਚੀਜ਼ ਦਾ ਜਿਹੜਾ ਮੁੱਢ ਹੈ, ਮੂਲ ਹੈ, ਜਿੱਥੋਂ ਕੋਈ ਚੀਜ਼ ਬਣੀ ਹੈ, ਉਹਦੇ ਮੁੱਢ ਨੂੰ ਪਕੜ ਲਓ ਤੇ ਮੁੱਢ ਦੇ ਵਿੱਚੋਂ ਹੀ ਸਾਰਾ ਕੁਝ ਪ੍ਰਗਟ ਹੋ ਜਾਂਦਾ ਹੈ। ਮੂਲ ਮੰਤਰ ਵਿੱਚ ਸਾਰਾ ਕੁਝ ਆ ਜਾਂਦਾ। ਜਿਨ੍ਹਾਂ ਨੇ ਮੂਲ ਮੰਤਰ ਦਾ ਪਾਠ ਕੀਤਾ ਉਹ ਕੋਈ ਸੰਕਲਪ ਕਰ ਲੈਣ, ਉਹਨਾਂ ਨੂੰ ਉਹੀ ਚੀਜ਼ ਮਿਲ ਜਾਂਦੀ ਹੈ। ਕਿਉਂਕਿ ਦੇਖੋ, ਸਾਰੇ ਜਣੇ ਇੰਨੇ ਪੱਕੇ ਗੁਰਸਿੱਖ ਨਹੀਂ ਹੁੰਦੇ ਜਿੰਨੇ ਆਪਾਂ ਸਮਝਦੇ ਹਾਂ। ਕਈ ਆਪੋ ਆਪਣੇ ਸੰਕਲਪ ਮੁਤਾਬਕ ਕੁਛ ਮੰਗਦੇ ਨੇ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ। ਅਸੀਂ ਕਈਆਂ ਨੂੰ ਦੇਖਿਆ ਵੀ ਹੋਇਆ। ਮੂਲ ਮੰਤਰ ਦੇ ਰਾਹੀਂ ਹਰੇਕ ਚੀਜ਼ ਦੀ ਪ੍ਰਾਪਤੀ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਸਾਰਿਆਂ ਨਾਲੋਂ ਮੁੱਢ ਰੂਪ ਵਿੱਚ ਹੈ, ਉਸ ਨੂੰ ਹੀ ਸਾਰੇ ਧਿਆਉਂਦੇ ਨੇ। ਰਤਨ ਵੀ ਉਹਦਾ ਜਾਪ ਕਰਦੇ ਨੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਘਰ ਦੇ ਜਿਹੜੇ ਰਤਨ ਨੇ ਉਹ ਭਗਤੀ ਹੈ, ਸ਼ਾਂਤੀ ਹੈ, ਧੀਰਜ ਹੈ, ਧਰਮ ਹੈ, ਸਵੇਰੇ ਉੱਠਣ ਦਾ ਉਦਮ ਵੀ ਰਤਨ ਹੈ ਇੱਕ। ਇਸ ਤਰ੍ਹਾਂ ਜਿਹੜੇ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਦਿੱਤਾ, ਇਹ ਬਖਸ਼ਿਸ਼ਾਂ ਜਿਹੜੀਆਂ ਕਕਾਰ ਦਿੱਤੇ, ਆਪਣੇ ਲਈ ਤਾਂ ਇਹੀ ਰਤਨ ਨੇ ਨਾ। ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਕਿ ਗੁਰ ਕੀ ਸਿੱਖ ਸੁਣੀ। ਆਪਣੇ ਲਈ ਤਾਂ ਗੁਰੂ ਦੀ ਪੰਗਤੀ ਹੀ ਰਤਨ ਹੈ, ਸਿੱਖਿਆ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਾਰੇ ਜਿਹੜੇ ਰਤਨ ਨੇ, ਇਹ ਜਿਹੜੇ ਲਸਣੀਆਂ ਆਦਿਕ ਕਹਿੰਦੇ ਨੇ, ਗੋਮੇਦ ਹੈ, ਇਹ ਮਣੀ ਹੈ, ਜਾਂ ਇਹ ਨੀਲਮ ਹੈ, ਇਹ ਮੋਤੀ ਹੈ, ਹੀਰਾ ਹੈ, ਪੰਨਾ ਹੈ, ਮਾਣਕ ਹੈ, ਇਹ ਸਾਰੇ ਸਾਡੇ ਲਈ ਤਾਂ ਇੱਕੋ ਹੀ ਚੀਜ਼ ਹੈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ। ਇਹ ਵਾਹਿਗੁਰੂ ਤੇਰੇ ਜਿਹੜੇ ਰਤਨ ਨੇ ਤੈਨੂੰ ਗਾਉਂਦੇ ਨੇ। ਪਰ ਸਾਡੇ ਲਈ ਤਾਂ ਸਾਰਿਆਂ ਨਾਲੋਂ ਵੱਡੇ ਰਤਨ ਨੇ ਬ੍ਰਹਮ ਗਿਆਨੀ। ਆ ਸਾਧ ਸੰਗਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਲਈ ਤਾਂ ਆਹੀ ਰਤਨ ਹੈ। ਆ ਜਿਹੜੀ ਮੇਰੀ ਸੰਗਤ ਬੈਠੀ ਹੈ, ਇਹੀ ਮੇਰੇ ਲਈ ਤਾਂ ਮੇਰੇ ਰਤਨ ਨੇ, ਮੇਰੇ ਹੀਰੇ ਨੇ, ਮੇਰੇ ਲਾਲ ਨੇ, ਜਿਹੜੇ ਮਰਿਆਦਾ ਰੱਖਦੇ ਨੇ, ਜਿਹੜੇ ਰਹਿਤ ਕਮਾਉਂਦੇ ਨੇ, ਜਿਹੜੇ ਗੁਰੂ ਦੀ ਸੰਗਤ ਵਿੱਚ ਬਹਿੰਦੇ ਨੇ। ਸਾਡੇ ਲਈ ਤਾਂ ਕਹਿੰਦੇ ਇਹੀ ਗਾਉਂਦੇ ਨੇ। ਰਤਨ ਜਿਹੜੇ ਨੇ ਇਹਨਾਂ ਨੇ ਗਾਉਣਾ ਫਿਰ ਨਾਲ ਕਿਹਦੇ ਰਲ ਕੇ 68 ਤੀਰਥ ਨਾਲੇ 68 ਤੀਰਥ ਵੀ ਨਾਲ ਗਾਉਂਦੇ ਨੇ। ਰਤਨ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰੂ ਗ੍ਰੰਥ ਸਾਹਿਬ ਰੂਪ ਸਮੁੰਦਰ ਰਤਨਾਂ ਦਾ ਭਰਿਆ ਪਿਆ। ਉੱਥੇ ਤਾਂ ਸਿਰਫ 14 ਹੀ ਰਤਨ ਨਿਕਲੇ ਨੇ, ਉਹ ਵੀ ਖਾਸ ਗੱਲ ਨਹੀਂ ਕੋਈ। ਜਿਨ੍ਹਾਂ ਨੂੰ ਦੁਨੀਆ ਨੇ ਬਹੁਤ ਵੱਡੇ ਮੰਨਿਆ ਉਹ ਖਾਸ ਗੱਲ ਨਹੀਂ ਕੋਈ। ਜਿਹੜੇ ਗੁਰੂ ਗ੍ਰੰਥ ਸਾਹਿਬ ਚੋਂ ਰਤਨ ਨਿਕਲਦੇ ਨੇ ਨਾ, ਇਹ ਵੱਡੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਤਨ ਨੇ ਧੌਲ, ਧਰਮ, ਧਰਮ ਰੂਪੀ ਰਤਨ ਹੈ। ਦਇਆ ਕਾ ਪੂਤ, ਦਇਆ ਰੂਪੀ ਰਤਨ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ। ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ। ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਉਹ ਇਹਨਾਂ ਰਤਨਾਂ ਨੂੰ ਆਪਣੇ ਮਹਾਰਾਜ ਕਹਿੰਦੇ ਗਲ ਵਿੱਚ ਪਾਓ। ਸੰਤੋਖ ਧਾਰਨ ਕਰੋ, ਧੀਰਜ ਰੱਖੋ, ਲਾਲਚ ਤੋਂ ਰਹਿਤ ਹੋ ਜਾਓ, ਕਾਮ ਕਰੋ, ਲੋਭ ਮੋਹ ਹੰਕਾਰ ਤੋਂ ਰਹਿਤ ਹੋ ਜਾਓ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ 68 ਤੀਰਥ ਵੀ ਪਰਮੇਸ਼ਰ ਨੂੰ ਗਾਉਂਦੇ ਨੇ, ਦੇਖੇ ਨਹੀਂ ਜਾ ਸਕਦੇ। 68 ਤੀਰਥ ਵੀ ਗਾਉਂਦੇ ਨੇ। ਗਾਉਂਦੇ ਤਾਂ ਸਾਰੇ ਹੀ ਨੇ, ਸਭ ਗਾਉਂਦੇ ਨੇ। ਹਰੇਕ ਚੀਜ਼ ਵਿੱਚੋਂ ਆਵਾਜ਼ ਆਉਂਦੀ ਹੈ, ਪਰ ਆਪਣੀ ਉਨੀ ਵੱਡੀ ਅਵਸਥਾ ਨਹੀਂ ਨਾ ਹੈ।